ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ ਸ੍ਰੀ ਗੁਰ ਸਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੀ ਬਖਸ਼ਿਸ਼ ਹੋਈ ਹੈ ਆਓ ਪਾਵਨ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜੀਵਨ ਗਾਥਾ ਜੋ ਪਿਛਲੇ ਸਮੇਂ ਤੋਂ ਵਿਚਾਰ ਰਹੇ ਹਾਂ ਬੀਤਿਆ ਇਤਿਹਾਸ ਜੋ ਅਸੀਂ ਕੱਲ ਸ਼ਰਵਣ ਕੀਤਾ ਹੈ ਉਸ ਦੇ ਅੰਦਰ ਨਵਾਬ ਦੌਲਤ ਖਾਨ ਜੋ ਸੁਲਤਾਨਪੁਰ ਲੋਧੀ ਦਾ ਰਾਜਾ ਹੈ ਉਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਕੁਝ ਆਪਣੇ ਅਹਿਲਕਾਰ ਆਪਣੇ ਨੌਕਰ ਚਾਕਰ ਘੱਲ ਕਰਕੇ ਮੜੀਆਂ ਮਸਾਣਾਂ ਦੇ ਵਿੱਚੋਂ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਬਾਰ ਦੇ ਵਿੱਚ ਹਾਜ਼ਰ ਹੋਏ ਨੇ ਨਵਾਬ ਦੌਲਤ ਖਾਨ ਦੇ ਸਾਹਮਣੇ ਖੜੇ ਨੇ ਨਵਾਬ ਦੌਲਤ ਖਾਨ ਨੇ ਸਵਾਲ ਕੀਤਾ ਹੈ ਕਿ हे ਗੁਰੂ ਨਾਨਕ
ਮੈਂ ਪਹਿਲਾਂ ਵੀ ਕੁਝ ਲੋਕ ਤੈਨੂੰ ਬੁਲਾਉਣ ਵਾਸਤੇ ਘੱਲੇ ਸਨ, ਤੇ ਤੂੰ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਮੈਨੂੰ ਨਵਾਬ ਤਾਂ ਹੀ ਕੋਈ ਕੰਮ ਨਹੀਂ, ਤੇ ਫਿਰ ਨਵਾਬ ਨੂੰ ਮੇਰੇ ਤੱਕ ਕੀ ਕੰਮ ਹੋਵੇਗਾ, ਇਸ ਲਈ ਤੂੰ ਨਾਲ ਨਹੀਂ ਆਇਆ। ਤੂੰ ਭਰੇ ਦਰਬਾਰ ਅੰਦਰ ਮੇਰੀ ਬੇਪਤੀ, ਮੇਰੀ ਬੇਇੱਜ਼ਤੀ ਕੀਤੀ ਹੈ, ਤੇ ਹੁਣ ਤੂੰ ਚਲੇ ਆਇਆ ਏ ਜਦੋਂ ਮੈਂ ਕੁਝ ਹੋਰ ਲੋਕ ਘੱਲੇ ਨੇ ਇਹਨਾਂ ਦੇ ਨਾਲ ਆ ਗਿਆ ਏ, ਪਹਿਲਾਂ ਕਿਉਂ ਨਹੀਂ ਆਇਆ? ਮਹਾਰਾਜ ਕਹਿਣ ਲੱਗੇ, ਵੇਖ ਨਵਾਬ ਦੌਲਤ ਖਾਨ, ਜਦੋਂ ਤੇਰੇ ਮੋਦੀ ਖਾਨੇ ਦੇ ਉੱਪਰ ਅਸੀਂ ਤੇਰੀ ਦੁਕਾਨ ਦੇ ਉੱਪਰ ਕੰਮ ਕਰਦੇ ਸਾਂ, ਕਾਰਜ ਕਰਦੇ ਸਾਂ, ਤੂੰ ਇੱਕ ਆਵਾਜ਼ ਮਾਰਦਾ ਸੀ, ਅਸੀਂ ਤੇਰੇ ਕੋਲ ਹਾਜ਼ਰ ਹੋ ਜਾਂਦੇ ਸਾਂ, ਉਦੋਂ ਤੇਰੇ ਨੌਕਰ ਸੀ। ਨਵਾਬ ਨੇ ਪੁੱਛਿਆ ਏ, ਫਿਰ ਹੁਣ ਜੇ ਤੂੰ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਏ, ਤੇ ਹੁਣ ਫਿਰ ਕਿਹਦੀ ਨੌਕਰੀ ਕਿਹਦੀ ਚਾਕਰੀ ਕਰਦਾ? ਮਹਾਰਾਜ ਕਹਿੰਦੇ, ਚਾਕਰ ਭਾਏ ਖੁਦਾਏ, ਅਸੀਂ ਹੁਣ ਖੁਦਾ ਦੇ ਚਾਕਰ ਹੋ ਗਏ ਹਾਂ, ਉਹਦੀ ਨੌਕਰੀ ਕਰਦੇ ਹਾਂ, ਸਾਰਾ ਸੰਸਾਰ ਉਹਦੇ ਕਹਿਣੇ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਤੇ ਅਸੀਂ ਵੀ ਉਹਦਾ ਹੁਕਮ ਮੰਨਦੇ ਹਾਂ। ਨਵਾਬ ਦੌਲਤ ਖਾਨ, ਹੁਣ ਤੇਰਾ ਸਾਡੇ ਉੱਪਰ ਰੱਦੀ ਭਰ ਜ਼ੋਰ ਨਹੀਂ। ਜਦੋਂ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਪਾਵਨ ਬਚਨ ਕਹੇ, ਨਵਾਬ ਦੌਲਤ ਖਾਨ ਬੜਾ ਗੁੱਸੇ ਦੇ ਵਿੱਚ ਆਇਆ। ਸਤਿਆ ਤਾਂ ਸੀ ਸਤਿਗੁਰਾਂ ਨੂੰ ਜੋ 760 ਰੁਪਏ ਨੇ, ਕਿ ਉਹ ਕਿਸ ਨੂੰ ਦਿੱਤੇ ਜਾਣ, ਕਿਸ ਬਾਬਤ ਖਰਚੇ ਜਾਣ। ਫੈਸਲਾ ਤਾਂ ਇਹ ਕਰਨ ਵਾਸਤੇ ਸੱਦਿਆ ਸੀ, ਪਰ ਹੁਣ ਗੁੱਸੇ ਦੇ ਵਿੱਚ ਆਇਆ, ਹੰਕਾਰ ਦੇ ਵਿੱਚ ਆਇਆ, ਉਹ ਭੁੱਲ ਬੈਠਾ ਤੇ ਗੁਰੂ ਨਾਨਕ ਦੇਵ ਜੀਆਂ ਨੂੰ ਕਹਿਣ ਲੱਗਾ ਹੈ ਕਿ ਮੈਂ ਤੁਹਾਡੇ ਪਾਸੋਂ ਇੱਕ ਹੋਰ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਤੁਸੀਂ ਕਹਿੰਦੇ ਹੋ ਕੋਈ ਤੁਰਕ ਅਤੇ ਹਿੰਦੂ ਮੈਨੂੰ ਨਜ਼ਰ ਨਹੀਂ ਆਉਂਦਾ। ਭਾਵ ਤੁਸੀਂ ਕਿਸੇ ਵਿੱਚ ਭੇਦ ਨਹੀਂ ਜਾਣਦੇ, ਤੁਹਾਨੂੰ ਮੁਸਲਮਾਨ ਅਤੇ ਹਿੰਦੂ ਇੱਕੋ ਜਿਹੇ ਲੱਗਦੇ ਨੇ। ਜੇਕਰ ਇੱਕੋ ਜਿਹੇ ਲੱਗਦੇ ਨੇ ਫਿਰ ਇੱਦਾਂ ਕਰੋ, ਅੱਜ ਸ਼ੁੱਕਰਵਾਰ ਦਾ ਦਿਨ ਹੈ, ਅੱਜ ਅਸੀਂ ਮਸੀਤ ਦੇ ਅੰਦਰ ਨਮਾਜ਼ ਅਦਾ ਕਰਨ ਜਾਣਾ, ਤੁਸੀਂ ਸਾਡੇ ਨਾਲ ਚੱਲੋ, ਸਾਡੇ ਨਾਲ ਜਾ ਕੇ ਨਮਾਜ਼ ਅਦਾ ਕਰੋ। ਜੇਕਰ ਤੁਸੀਂ ਕਹਿੰਦੇ ਹੋ ਪਰਮੇਸ਼ਰ ਇੱਕ ਹੈ, ਉਹੀ ਮੁਸਲਮਾਨਾਂ ਵਿੱਚ ਹੈ, ਉਹੀ ਹਿੰਦੂਆਂ ਵਿੱਚ ਹੈ, ਤੇ ਫਿਰ ਤੁਸੀਂ ਸਾਡੇ ਨਾਲ ਜਾ ਕੇ ਨਮਾਜ਼ ਅਦਾ ਕਰਨੀ ਕਰੋ। ਦਰਅਸਲ ਨਵਾਬ ਦੌਲਤ ਖਾਨ ਚਾਹੁੰਦਾ ਤਾਂ ਇਹ ਸੀ ਕਿ ਇਹਨਾਂ ਦਾ ਧਰਮ ਤਬਦੀਲ ਕਰਾ ਲਿਆ ਜਾਵੇ, ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕੰਨਾਂ ਵਿੱਚ ਜਦੋਂ ਇਹ ਨਵਾਬ ਦੌਲਤ ਖਾਨ ਦੇ ਬਚਨ ਪਏ, ਜੋ ਬੜੇ ਗੁੱਸੇ ਅਤੇ ਈਰਖਾ ਨਾਲ ਭਰੇ ਹੋਏ ਸਨ, ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ, ਜੇਕਰ ਪਰਮੇਸ਼ਰ ਦੀ ਬੰਦਗੀ ਮਸੀਤ ਵਿੱਚ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਤੇ ਮਨੁੱਖ ਦਾ ਅਸਲ ਜੋ ਟੀਚਾ ਹੈ, ਮਨੁੱਖਾ ਜੀਵਨ ਦਾ ਅਸਲ ਜੋ ਸੰਕਲਪ ਹੈ, ਉਹ ਤਾਂ ਇਹੀ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਮਨੁੱਖਾ ਜੀਵਨ ਮਿਲਿਆ ਹੀ ਇਸੇ ਬਾਤ ਤੇ ਹੈ ਕਿ ਇਸੇ ਮਨੁੱਖਾ ਜੀਵਨ ਵਿੱਚ ਜਿਹੜਾ ਮਨੁੱਖ ਹੈ ਉਹ ਪਰਮੇਸ਼ਰ ਨੂੰ ਪਾ ਲਵੇ, ਪਰਮੇਸ਼ਰ ਨੂੰ ਲੱਭ ਲਵੇ। ਜੇਕਰ ਤੁਹਾਡਾ ਮੰਨਣਾ ਹੈ ਕਿ ਮਸੀਤ ਦੇ ਵਿੱਚ ਖੁਦਾ ਵਸਦਾ ਹੈ, ਅਸੀਂ ਜ਼ਰੂਰ ਜਾਵਾਂਗੇ ਤੁਹਾਡੇ ਨਾਲ। ਤੇ ਜਦੋਂ ਇਹ ਗੱਲਾਂ ਸੁਲਤਾਨਪੁਰ ਲੋਧੀ ਦੇ ਲੋਕਾਂ ਵਿੱਚ ਪਹੁੰਚੀਆਂ ਨੇ ਕਿ ਨਵਾਬ ਦੌਲਤ ਖਾਨ ਦੇ ਨਾਲ ਗੁਰੂ ਨਾਨਕ ਦੇਵ ਜੀ ਅੱਜ ਮਸੀਤ ਨੂੰ ਜਾਣਗੇ ਤੇ ਨਵਾਬ ਉੱਥੇ ਇਹਨਾਂ ਨੂੰ ਤੁਰਕ ਬਣਾ ਲਵੇਗਾ, ਬੜਾ ਭਾਰੀ ਰੋਸ ਹਿੰਦੂ ਲੋਕਾਂ ਦੇ ਵਿੱਚ ਹੋਇਆ ਹੈ। ਕਿਉਂਕਿ ਨਵਾਬ ਦੌਲਤ ਖਾਨ ਸੁਲਤਾਨਪੁਰ ਲੋਧੀ ਦਾ ਰਾਜਾ ਹੈ, ਇੱਕ ਮੁਸਲਮਾਨ ਹੈ, ਤੇ ਹਿੰਦੂ ਭਾਈਚਾਰੇ ਦੀ ਉੱਥੇ ਚੱਲਦੀ ਕੋਈ ਨਹੀਂ। ਜਿਸ ਦੇਸ਼ ਵਿੱਚ, ਜਿਸ ਸ਼ਹਿਰ ਵਿੱਚ ਵੱਧ ਗਿਣਤੀ ਜਿਸ ਧਰਮ ਦੀ ਹੁੰਦੀ ਹੈ, ਜ਼ਿਆਦਾਤਰ ਉਹਦਾ ਹੀ ਬੋਲਬਾਲਾ ਹੁੰਦਾ ਹੈ। ਜਿਵੇਂ ਅਜੋਕੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਹੈ ਤੇ ਸਿੱਖਾਂ ਦੇ ਨਾਲ ਗੱਲ-ਗੱਲ ਤੇ ਵਧੀਕੀਆਂ ਕੀਤੀਆਂ ਜਾਂਦੀਆਂ ਨੇ, ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਅਤੇ ਵੱਧ ਗਿਣਤੀ ਹੋਣ ਦੇ ਕਾਰਨ ਜ਼ੋਰ ਜ਼ਬਰ ਅਜਮਾਉਣਾ ਚਾਹੁੰਦੇ ਨੇ। ਇਸੇ ਪ੍ਰਕਾਰ ਹੀ ਉਹਨਾਂ ਸਮਿਆਂ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਉੱਪਰ ਜ਼ੋਰ ਪਾਉਣਾ ਕੀਤਾ ਹੈ ਨਵਾਬ ਦੌਲਤ ਖਾਨ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਠੀਕ ਹੈ,
ਜਿਸ ਜਗ੍ਹਾ ਦੇ ਉੱਪਰ ਤੇਰਾ ਮਨ ਮੰਨਦਾ ਹੈ ਨਾ ਨਵਾਬ, ਮੈਨੂੰ ਉੱਥੇ ਲੈ ਕੇ ਜਾਏ। ਕਿਤੇ ਦਿਲ ਦੇ ਵਿੱਚ ਭੁਲੇਖਾ ਨਾ ਰਹਿ ਜਾਵੇ ਵੀ ਮੈਂ ਇਹਨਾਂ ਨੂੰ ਇੱਥੇ ਲੈ ਜਾਂਦਾ, ਹੋ ਸਕਦਾ ਮਹਾਰਾਜ ਮੇਰੇ ਕਾਬੂ ਆ ਜਾਂਦੇ। ਜਿੱਥੇ ਤੇਰਾ ਦਿਲ ਮੰਨਦਾ ਹੈ ਉੱਥੇ ਚੱਲਾਂਗੇ। ਸੁਲਤਾਨਪੁਰ ਲੋਧੀ ਦੇ ਲੋਕ ਕਵੀ ਜੀ ਕਹਿੰਦੇ ਜੋ ਗਰੀਬ ਨੇ, ਜੋ ਧਨਾੜ ਨੇ, ਜੋ ਬਜ਼ੁਰਗ ਨੇ, ਜੋ ਬੱਚੇ ਨੇ, ਜੋ ਜਵਾਨ ਨੇ, ਸਾਰੇ ਹੀ ਆਪਣੇ ਘਰਾਂ ਦੇ ਕੰਮਕਾਰ ਛੱਡ ਕਰਕੇ ਮਸੀਤ ਵੱਲ ਦੌੜੇ ਨੇ ਕਿ ਅੱਜ ਗੁਰੂ ਨਾਨਕ ਦੇਵ ਜੀਆਂ ਨੂੰ ਮੁਸਲਮਾਨੀ ਦੇ ਵਿੱਚ ਮਤ ਦੇ ਵਿੱਚ ਤਬਦੀਲ ਕਰ ਦੇਣਾ ਹੈ, ਤੁਰਕ ਬਣਾ ਦੇਣਾ ਹੈ। ਇਸ ਪ੍ਰਕਾਰ ਭਾਈ ਜੈ ਰਾਮ ਨੂੰ ਵੀ ਭਾਰੀ ਦੁੱਖ ਹੋਇਆ ਹੈ, ਮਨ ਦੇ ਵਿੱਚ ਪਛਤਾਵਾ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀਆਂ ਨੂੰ ਮੈਂ ਰਾਏ ਭੋਏ ਦੀ ਤਲਵੰਡੀ ਤੋਂ ਇੱਥੇ ਇਸ ਲਈ ਸੱਦਿਆ ਸੀ ਕਿ ਕੋਈ ਕੰਮਕਾਰ ਕਰ ਲੈਣਗੇ, ਆਪਣਾ ਪਰਿਵਾਰ ਪਾਲ ਲੈਣਗੇ। ਪਰ ਜੋ ਘਟਨਾਵਾਂ ਮਹਾਰਾਜ ਜੀਆਂ ਦੀ ਜ਼ਿੰਦਗੀ ਵਿੱਚ ਘਟ ਰਹੀਆਂ ਨੇ, ਇਹਨਾਂ ਦਾ ਸ਼ਾਇਦ ਕਸੂਰਵਾਰ ਮੈਂ ਹਾਂ, ਕਿਉਂਕਿ ਮਹਾਰਾਜ ਜੀਆਂ ਨੂੰ ਮੈਂ ਬੇਨਤੀਆਂ ਕਰਕੇ ਇੱਥੇ ਸੱਦਿਆ ਸੀ। ਏਦਾਂ ਭਾਰੀ ਰੋਸ ਭਾਰੇ ਦੁੱਖ ਨੂੰ ਲੈ ਕਰਕੇ ਭਾਈ ਜੈ ਰਾਮ ਉਹ ਵੀ ਆਪਣੇ ਘਰ ਗਏ ਨੇ ਤੇ ਘਰ ਜਾ ਕੇ ਸਿਰ ਸਿੱਟ ਕੇ ਬੈਠੇ ਨੇ। ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ, ਪੈਰ ਦੇ ਅੰਗੂਠੇ ਨਾਲ ਧਰਤੀ ਜਿਹੀ ਕੱਟ ਰਹੇ ਨੇ, ਬਹੁਤਾ ਬੈਰਾਗ ਅਤੇ ਪਛਤਾਵਾ ਕਰ ਰਹੇ ਨੇ। ਸਥਿਰ ਮਨ ਵਾਲੀ, ਟਿਕੇ ਹੋਏ ਮਨ ਵਾਲੀ, ਭਗਤੀ ਸਰੂਪ ਗੁਣਾ ਦੀ ਖਾਨ ਬੇਬੇ ਨਾਨਕੀ ਜੀ, ਉਹਨਾਂ ਨੇ ਜਦੋਂ ਆਪਣੇ ਪਤੀ ਜੈ ਰਾਮ ਦਾ ਮੁਰਝਾਇਆ ਮੁਖ ਵੇਖਿਆ ਹੈ ਤੇ ਪੁੱਛਣਾ ਕੀਤਾ ਹੈ ਕਿ ਇਹ ਪਤੀ ਕਿਸ ਗੱਲ ਦਾ ਝੋਰਾ ਹੈ, ਕੀ ਦੁੱਖ ਹੈ, ਕਿਉਂ ਚਿੰਤਾ ਦੇ ਸਮੁੰਦਰ ਵਿੱਚ ਡੁੱਬੇ ਹੋ। ਭਾਈ ਜੈ ਰਾਮ ਨੇ ਸਾਰਾ ਵਾਰਤਾਲਾਪ, ਸਾਰੀ ਗਾਥਾ ਦੱਸਣੀ ਕੀਤੀ ਹੈ ਕਿ ਜੋ ਤੁਹਾਡਾ ਭਰਾਤਾ ਹੈ ਨਾਨਕ, ਉਹਦੇ ਨਾਲ ਨਵਾਬ ਦੌਲਤ ਖਾਨ ਨੇ ਬੜੀ ਖੋਟੀ ਚਾਲ ਚੱਲੀ ਹੈ। ਕੁਝ ਬੰਦਿਆਂ ਨੂੰ ਘੱਲਿਆ ਏ, ਜੋ ਫੈਸਲਾ ਉਹ ਮਾਇਆ ਦਾ ਲੈਣਾ ਸੀ, ਪਰ ਗੁੱਸੇ ਦੇ ਵਿੱਚ ਆਇਆ ਹੋਇਆ ਸਤਿਗੁਰਾਂ ਨੂੰ ਮਸੀਤ ਵੱਲ ਲੈ ਕੇ ਗਿਆ ਏ। ਅੱਜ ਉਹਨਾਂ ਨੂੰ ਤੁਰਕ ਬਣਾ ਲਿਆ ਜਾਵੇਗਾ, ਅੱਜ ਉਹਨਾਂ ਨੂੰ ਮੁਸਲਮਾਨ ਮਤ ਦੇ ਅਧੀਨ ਕਰ ਦਿੱਤਾ ਜਾਵੇਗਾ। ਮੈਂ ਇਸੇ ਚਿੰਤਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਹਾਂ, ਮੈਨੂੰ ਕੋਈ ਸਹਾਰੇ ਰੂਪੀ ਜਹਾਜ਼ ਨਹੀਂ ਮਿਲਦਾ ਜੋ ਮੈਂ ਇਸ ਸਮੁੰਦਰ ਤੋਂ ਪਾਰ ਹੋ ਸਕਾਂ, ਬਾਹਰ ਨਿਕਲ ਸਕਾਂ। ਬੇਬੇ ਨਾਨਕੀ ਜੀ ਜੋ ਗੁਰੂ ਨਾਨਕ ਦੇਵ ਜੀਆਂ ਦਾ ਜੀਵਨ ਜਾਣਦੇ ਸਨ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿ ਆਪ ਖੁਦਾ ਆਪ ਪਰਮੇਸ਼ਰ ਨੇ ਮੇਰੇ ਭਰਾਤਾ। ਹੇ ਜੈ ਰਾਮ, ਜਿਹੜੇ ਮੇਰੇ ਭਰਾ ਨੇ ਨਾ ਉਹ ਖੁਦਾ ਰੂਪ ਨੇ, ਉਹ ਭਗਤੀ ਸਰੂਪ ਹੋ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਆਏ ਨੇ। ਸੰਸਾਰ ਨੂੰ ਬੰਧਨਾਂ ਵਿੱਚੋਂ ਕੱਢਣ ਵਾਲੇ ਆਏ ਨੇ ਤੇ ਆਪ ਕਿਵੇਂ ਬੰਧਨਾਂ ਵਿੱਚ ਵੱਜ ਜਾਣਗੇ। ਤੁਸੀਂ ਇਹਨਾਂ ਗੱਲਾਂ ਦਾ ਦੁੱਖ ਰੋਸਾ ਛੱਡੋ, ਰਸੋਈ ਦੇ ਵਿੱਚ ਖਾਣਾ ਤਿਆਰ ਹੈ, ਖਾਣਾ ਛਕਣਾ ਕਰੋ। ਜੇਕਰ ਫਿਰ ਵੀ ਤੁਹਾਡੇ ਮਨ ਨੂੰ ਤਸੱਲੀ ਨਹੀਂ ਹੋਈ, ਫਿਰ ਜੋ ਆਪਣਾ ਗਵਾਂਢੀ ਹੈ, ਨਿਧੇ ਨਾਮ ਦਾ ਪੰਡਤ ਹੈ, ਇਸ ਨੂੰ ਘੱਲ ਦੇਵੋ। ਇਹ ਜਾ ਕੇ ਮਸੀਤ ਦੇ ਕੋਲ ਵੇਖ ਆਵੇਗਾ ਕਿ ਉੱਥੇ ਕੀ ਭਾਣਾ ਵਰਤ ਰਿਹਾ ਹੈ। ਏਦਾਂ ਹੀ ਕੀਤਾ ਹੈ ਭਾਈ ਜੈ ਰਾਮ ਨੇ ਭਾਈ ਨਿਧੇ ਨਾਮ ਦੇ ਇੱਕ ਪੰਡਤ ਨੂੰ ਘੱਲਿਆ ਹੈ ਕਿ ਭਾਈ ਨਿਧਾ ਜੀ ਜਾ ਕੇ ਵੇਖਣਾ ਕਰੋ ਕਿ ਗੁਰੂ ਨਾਨਕ ਦੇ ਨਾਲ ਕੀ ਭਾਣਾ ਵਰਤ ਰਿਹਾ ਹੈ। ਦੌੜਿਆ ਇਹ ਨਿਧਾ, ਜਾ ਕਰਕੇ ਜਦੋਂ ਵੇਖਿਆ ਹੈ ਪੈਰ ਰੱਖਣ ਨੂੰ ਥਾਂ ਨਹੀਂ, ਅਗਾਹ ਭੀੜ ਲੱਗੀ ਹੋਈ ਹੈ। ਲੋਕਾਂ ਦੇ ਵਿੱਚ ਦੀ ਲੰਘਦਾ ਹੋਇਆ ਇੱਕ ਨੂੰ ਪਾਸੇ ਕਰਦਾ ਹੈ, ਦੂਸਰੇ ਨੂੰ, ਤੀਸਰੇ ਨੂੰ, ਏਦਾਂ ਕਰਦਾ ਭੀੜ ਦੇ ਵਿੱਚ ਧੱਸਦਾ ਜਾਂਦਾ ਹੈ। ਤੇ ਕਵੀ ਜੀ ਕਹਿੰਦੇ ਸਤਿਗੁਰਾਂ ਨੂੰ ਦੂਰੋਂ ਖੜਿਆਂ ਨੂੰ ਤੱਕ ਲਿਆ ਹੈ। ਮਹਾਰਾਜ ਖੜੇ ਨੇ, ਮੁਖ ਐਨ ਦਗ ਦਗ ਕਰਦਾ ਹੈ, ਸਤਿਗੁਰਾਂ ਦੇ ਮੁਖ ਉੱਪਰ ਨੂਰ ਚਮਕ ਰਿਹਾ ਹੈ। ਕਵੀ ਜੀ ਕਹਿੰਦੇ ਸਤਿਗੁਰੂ ਉੱਥੇ ਖੜੇ ਨੇ ਤੇ ਨਿਧਾ ਸਤਿਗੁਰਾਂ ਕੋਲ ਪਹੁੰਚਣ ਲਈ ਅਸਫਲ ਹੋਇਆ ਹੈ। ਇੰਨੀ ਭੀੜ ਸੀ, ਵਿਚਕਾਰ ਹੀ ਰਹਿ ਗਿਆ, ਸਤਿਗੁਰਾਂ ਦੇ ਕੋਲ ਪਹੁੰਚਿਆ ਨਾ ਗਿਆ। ਇੱਥੋਂ ਤੱਕ ਕੱਲ ਦੀ ਕਥਾ ਵਿਚਾਰ ਆਈ ਸੀ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, 31ਵਾਂ ਅਧਿਆਇ ਇੱਥੇ ਸੰਪੂਰਨ ਹੋਇਆ ਸੀ ਕਿ ਨਿਧੇ ਪੰਡਤ ਤੋਂ ਸਤਿਗੁਰਾਂ ਕੋਲ ਪਹੁੰਚਿਆ ਨਹੀਂ ਗਿਆ। ਮਹਾਰਾਜ ਨਵਾਬ ਦੌਲਤ ਖਾਨ ਦੇ ਨਾਲ ਮਸੀਤ ਦੇ ਅੰਦਰ ਖੜੇ ਨੇ। ਅੱਗੇ ਜਿਸ ਪ੍ਰਕਾਰ
ਗੁਰ ਇਤਿਹਾਸ ਆਉਂਦਾ ਹੈ 32ਵੇਂ ਅਧਿਆਏ ਦੀ ਆਰੰਭਤਾ ਹੁੰਦੀ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲਾ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨ। ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੂਸਰੀ ਪੋਥੀ ਦੇ ਅੰਦਰ 32ਵੇਂ ਅਧਿਆਏ ਦੀ ਆਰੰਭਤਾ ਦੇ ਉੱਪਰ ਮੰਗਲ ਕਰਦੇ ਨੇ। ਨਿਤ ਪ੍ਰਕਾਸ਼ ਸ੍ਰੀ ਗੁਰੂ ਚਰਨ। ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੋ ਚਰਨ ਨੇ ਉਹ ਹਰ ਰੋਜ਼ ਪ੍ਰਕਾਸ਼ ਰੂਪ ਨੇ। ਉਹ ਹਰ ਇੱਕ ਨੂੰ ਗਿਆਨ ਰੂਪੀ ਚਾਨਣ ਦਿੰਦੇ ਨੇ। ਪ੍ਰਗਟ ਸੁਭਾਨ ਸਮਾਨ। ਤੇ ਐਸੇ ਪ੍ਰਕਾਸ਼ ਨੇ ਕਹਿੰਦੇ ਕਿਸ ਤਰ੍ਹਾਂ, ਕਹਿੰਦੇ ਭਾਣ ਸਮਾਨ। ਭਾਣ ਤੋਂ ਭਾਵ ਹੁੰਦਾ ਹੈ ਸੂਰਜ। ਸੂਰਜ ਵਾਂਗ ਪ੍ਰਕਾਸ਼ ਨੇ, ਜਿਵੇਂ ਸੂਰਜ ਊਚ ਨੀਚ ਗਰੀਬ ਅਮੀਰ ਦਾ ਭੇਦ ਭਾਵ ਨਹੀਂ ਕਰਦਾ, ਹਰ ਇੱਕ ਨੂੰ ਰੋਸ਼ਨੀ ਦਿੰਦਾ ਹੈ। ਇਸੇ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਜੋ ਪਾਵਨ ਚਰਨ ਨੇ ਉਹ ਹਰ ਇੱਕ ਨੂੰ ਮੁਕਤੀ ਪ੍ਰਾਪਤ ਦਿੰਦੇ ਨੇ। ਜੋ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਮਹਾਰਾਜ ਉਸ ਨੂੰ ਖੁਸ਼ੀਆਂ ਮੁਕਤੀ ਪ੍ਰਾਪਤ ਕਰਦੇ ਨੇ। ਨਿਖਲ ਦਵੈਤ ਤਮ ਹਰਨ ਕੋ। ਅਤੇ ਜੋ ਦਵੈਤ ਰੂਪੀ ਭਰਮ ਰੂਪੀ ਸਮੂਹ ਹਨੇਰਾ ਹੈ ਉਸ ਨੂੰ ਨਾਸ਼ ਕਰਨ ਵਾਲੇ ਨੇ। ਸਾਰਨ ਸਦਾ ਸੁਖਦਾਨ। ਤੇ ਜੋ ਲੋਕ ਸੰਸਾਰ ਦੇ ਖਹਿੜੇ ਨੂੰ ਛੱਡ ਕੇ, ਸੰਸਾਰ ਦੇ ਬੱਧਨਾਂ ਰਿਵਾਜਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀਆਂ ਦੀ ਸ਼ਰਨ ਵਿੱਚ ਆਉਂਦੇ ਨੇ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦੇ ਨੇ, ਮਹਾਰਾਜ ਉਹਨਾਂ ਨੂੰ ਲੋਕ ਅਤੇ ਪਰਲੋਕ ਦੇ ਸੁਖ ਦਿੰਦੇ ਨੇ। ਸ੍ਰੀ ਬਾਲਾ ਸੰਦੁਰਬਾਜ। ਸੰਧੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਆਉਣ ਵਾਲਾ ਇਤਿਹਾਸ ਖਡੂਰ ਸਾਹਿਬ ਦੀ ਧਰਤੀ ਤੇ ਇਦਾਂ ਬਖਸ਼ਿਸ਼ ਕਰਦੇ ਨੇ। ਅੜਲ ਸੁੰਦਰ ਅਦਕ ਮਸੀਤ। ਕਵੀ ਜੀ ਹੁਣ ਦੱਸ ਰਹੇ ਨੇ, ਭਾਈ ਬਾਲਾ ਜੀ ਦੱਸ ਰਹੇ ਨੇ ਕਿ ਕਿਸ ਪ੍ਰਕਾਰ ਜਿਹੜੀ ਉਸ ਮਸੀਤ ਦੀ ਸੋਭਾ ਹੈ। ਕਹਿੰਦੇ ਜਿੱਥੇ ਜਾ ਕਰਕੇ ਨਵਾਬ ਦੌਲਤ ਖਾਨ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰੁਕ ਗਏ ਨੇ ਅਤੇ ਠਾਠਾ ਮਾਰਦਾ ਇਕੱਠ ਜੋ ਇਸ ਤਮਾਸ਼ੇ ਨੂੰ ਵੇਖਣਾ ਚਾਹੁੰਦਾ ਹੈ। ਕਹਿੰਦੇ ਸੁੰਦਰ ਅਦਕ ਮਸੀਤ, ਕਹਿੰਦੇ ਬਹੁਤ ਹੀ ਸੁੰਦਰ ਉਹ ਮਸੀਤ ਹੈ। ਜਿਦਰ ਭੈਤ ਜਾਣੇ। ਤੇ ਉਸ ਮਸੀਤ ਦੀਆਂ ਕੰਧਾਂ ਦੇ ਉੱਪਰ ਬੜੀ ਸੋਹਣੀ ਚਿੱਤਰਕਾਰੀ ਕੀਤੀ ਹੈ। ਜਾਮੀਕਾਰ ਜਹ ਲਿਖਿਓ। ਕਹਿੰਦੇ ਉਹਦੇ ਉੱਪਰ ਕੁਰਾਨ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ, ਸੋਨੇ ਦੇ ਨਾਲ ਕਢਾਈ ਕੀਤੀ ਹੈ। ਨਿਬਤ ਪਹਿਚਾਨੇ। ਬਹੁਤ ਹੀ ਉਹਦੀ ਪ੍ਰਕਾਸ਼ ਸੋਭਾ ਹੈ। ਅੰਦਰੋਂ ਤੇ ਬਾਹਰੋਂ ਜੋ ਚਿੱਤਰਕਾਰੀ ਕੀਤੀ ਹੈ ਉਹ ਚਮਕ ਰਹੀ ਹੈ। ਨਵਾਂ ਜਾਏ ਆਠਾਂਡ। ਉੱਥੇ ਜਾ ਕਰਕੇ ਨਵਾਬ ਦੌਲਤ ਖਾਨ ਗੁਰੂ ਨਾਨਕ ਦੇਵ ਜੀ ਰੁਕੇ ਨੇ, ਖੜੇ ਨੇ। ਜੋ ਖਾਨ ਨਿਰਪਾਲ ਸੋ। ਜੋ ਖਾਨ ਨਿਰਪਾਲ ਸੋ, ਏਦਾਂ ਜਾਣੋ ਕਿ ਉਹ ਨਵਾਬ ਦੌਲਤ ਖਾਨ ਦਾ ਬੜਾ ਖਾਸ ਸਥਾਨ ਹੈ, ਧਾਰਮਿਕ ਸਥਾਨ ਹੈ। ਉਹ ਸਭਾ ਆਪਣੀ ਸਹਿਤ। ਤੇ ਆਪਣੀ ਸਾਰੀ ਸਭਾ ਦੇ ਨਾਲ ਮੁਸਲਮਾਨਾਂ ਦੇ ਸਹਿਤ। ਜੈ ਬੈਸ ਵਿਸਾਲ ਸੋ। ਤੇ ਉਥੋਂ ਦਾ ਜੋ ਬਜ਼ੁਰਗ ਕਾਜੀ ਹੈ, ਬੜੀ ਲੰਬੀ ਉਮਰ ਵਾਲਾ ਕਾਜੀ ਹੈ, ਉਹ ਵੀ ਆਪਣਿਆਂ ਮੁਰੀਦਾਂ ਦੇ ਨਾਲ ਖੜਾ ਹੈ। ਸ੍ਰੀ ਨਾਨਕ ਜੀ ਸੰਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਮਹਾਰਾਜ ਉਥੇ ਨੇ। ਗਿਆਨ ਕਫਨ ਰੂਪ ਹੈ। ਜੋ ਗੁਣਾਂ ਦੇ ਖਾਨ ਨੇ, ਗੁਣਾਂ ਦੇ ਸਮੁੰਦਰ ਨੇ। ਵਿਕਸਿਓ ਕਮਲ ਵਿਸਾਲ। ਤੇ ਸਤਿਗੁਰਾਂ ਦਾ ਜੋ ਪਾਵਨ ਮੁਖ ਹੈ ਐਸਾ ਨੂਰ ਨਾਲ ਦਗ ਦਗ ਕਰ ਰਿਹਾ ਹੈ, ਜਾਣੋ ਕਮਲ ਦਾ ਫੁੱਲ ਖਿੜਿਆ ਹੋਵੇ। ਸੋ ਬਦਨ ਅਨੂਪ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਸੁੰਦਰ ਮੁਖ ਦੀ ਸੋਭਾ ਬਣੀ ਹੋਈ ਹੈ, ਜੋ ਕਹਿਣੀ ਕਥਨੀ ਤੋਂ ਉਪਮਾ ਤੋਂ ਬਾਹਰ ਹੈ। ਹਰਖ ਸੋਕ ਜਿਨ ਨਹੀਂ। ਸਤਿਗੁਰਾਂ ਦੇ ਮਨ ਦੇ ਅੰਦਰ ਉਸ ਵਕਤ ਨਾ ਤਾਂ ਕੋਈ ਗੁੱਸਾ ਹੈ, ਨਾ ਕੋਈ ਖੁਸ਼ੀ ਹੈ, ਹਰਖ ਸੋਗ ਤੋਂ ਰਹਿਤ ਨੇ। ਆਨੰਦ ਹੈ ਏਕ ਰਸ। ਮਹਾਰਾਜ ਆਨੰਦ ਦੇ ਵਿੱਚ ਖੜੇ ਤੱਕ ਰਹੇ ਨੇ, ਕਦੇ ਪਿੱਛੇ ਖੜੀ ਭੀੜ ਤੱਕਦੇ ਨੇ, ਕਦੇ ਮੂਹਰੇ ਖੜੇ ਕਾਜੀ ਤੱਕ ਰਹੇ ਨੇ। ਠਾਂਡੇ ਨਿਰਪ ਕੇ ਨਿਕਟ। ਤੇ ਮਹਾਰਾਜ ਨਵਾਬ ਦੌਲਤ ਖਾਨ ਦੇ ਐਨ
ਕੋਲ ਉਹਦਾ ਹੰਕਾਰ ਤੋੜਨ ਵਾਸਤੇ, ਉਹਨੂੰ ਸ੍ਰੇਸ਼ਟ ਭਗਤੀ ਦਾ ਰਸਤਾ ਦੱਸਣ ਵਾਸਤੇ, ਮੁਕਤੀ ਦਾ ਰਸਤਾ ਦੇਣ ਵਾਸਤੇ ਮਹਾਰਾਜ ਖੜੇ ਨੇ। ਦੋਹਰਾ ਹਿੰਦੂ ਕੋਏ ਨਾ ਕਹਿ ਸਕੇ। ਕਹਿੰਦੇ ਹੁਣ ਉਹ ਦਿਸ਼ਾ ਬਣ ਚੁੱਕੀ ਹੈ, ਐਸਾ ਮਾਹੌਲ ਬਣ ਚੁੱਕਾ ਹੈ ਜਿੱਥੇ ਹਿੰਦੂ ਕੋਈ ਸਿਫਾਰਿਸ਼ ਨਹੀਂ ਕਰ ਸਕਦਾ, ਹਿੰਦੂ ਕੋਈ ਸਤਿਗੁਰਾਂ ਦੀ ਬਾਬਤ ਸਤਿਗੁਰਾਂ ਦੇ ਹੱਕ ਵਿੱਚ ਨਹੀਂ ਬੋਲ ਸਕਦਾ। ਤੁਰਕਨ ਤੇਜ ਵਿਸਾਲ, ਕਿਉਂਕਿ ਭਾਰੀ ਇਕੱਠ ਉੱਥੇ ਤੁਰਕਾਂ ਦਾ ਮੁਸਲਮਾਨਾਂ ਦਾ ਹੋਇਆ ਹੈ, ਮੁਸਲਮਾਨਾਂ ਦਾ ਬੜਾ ਤੇਜ ਪ੍ਰਤਾਪ ਹੈ। ਪਰਮੇਸ਼ਰ ਪਤ ਰਾਖਈ, ਤੇ ਹਿੰਦੂ ਲੋਕ ਆਪਸ ਦੇ ਵਿੱਚ ਮਿਲ ਕਰਕੇ ਗੱਲਾਂ ਕਰਦੇ ਨੇ ਕਿ ਹੁਣ ਗੁਰੂ ਨਾਨਕ ਦੀ ਜਿਹੜੀ ਪੱਤ ਹੈ ਨਾ, ਗੁਰੂ ਨਾਨਕ ਦੀ ਜਿਹੜੀ ਲਾਜ ਹੈ, ਹੁਣ ਆਪ ਪਰਮੇਸ਼ਰ ਰੱਖੇਗਾ। ਸਿਮਰਹਿ ਦੀਨ ਦਿਆਲ, ਤੇ ਹੁਣ ਤਾਂ ਸਾਰੇ ਲੋਕ ਹੱਥ ਜੋੜ ਕਰਕੇ ਉਸ ਪਰਮੇਸ਼ਰ ਦਿਆਲੂ ਕਿਰਪਾਲੂ ਸਤਿਗੁਰਾਂ ਨੂੰ ਧਿਆਉਣਾ ਕਰੋ। ਅੜਲ ਕਾਜੀ ਬਹੁਰ ਨਿਵਾਬ, ਤੇ ਕਾਜੀ ਨੇ ਹੱਥਾਂ ਦੇ ਵਿੱਚ ਕੁਝ ਜਲ ਦਾ ਲੋਟਾ ਲਿਆ ਏ ਤੇ ਨਵਾਬ ਕੋਲ ਆਇਆ ਹੈ। ਨੀਰ ਲੇਕਰ ਤਬੈ, ਹੱਥਾਂ ਦੇ ਵਿੱਚ ਪਾਣੀ ਲੈ ਕਰਕੇ ਕਾਜੀ ਦੇ ਕੁਝ ਮਰੀਦ ਕਾਜੀ ਕੋਲ ਅਤੇ ਨਵਾਬ ਦੌਲਤ ਖਾਨ ਦੇ ਨਜ਼ਦੀਕ ਆਏ ਨੇ। ਕਾਰ ਅਰ ਚਰਨ ਪਖਾਰ, ਆ ਕਰਕੇ ਹੱਥ ਅਤੇ ਪੈਰ ਅਤੇ ਮੁਖ ਧਵਾਇਆ ਹੈ, ਸੁੱਚੇ ਹੋਏ ਨੇ। ਕਰਿਓ ਸੁਧ ਤਿਨ ਸਬੈ, ਜਿਨ੍ਹਾਂ ਨੇ ਆਪਣਾ ਸਰੀਰ ਤਾਂ ਪਵਿੱਤਰ ਕਰ ਲਿਆ ਹੈ, ਕਵੀ ਜੀ ਕਹਿੰਦੇ ਪਰ ਮਨ ਗੰਧਲਾ ਹੈ, ਹੰਕਾਰੀ ਹੈ। ਠਾਂਡੇ ਦੋਨੋਂ ਹੋਏ, ਦੋਨੇ ਜਾਣੇ ਹੀ ਖੜੇ ਹੋਏ ਨੇ, ਨਵਾਬ ਦੌਲਤ ਖਾਨ ਅਤੇ ਕਾਜੀ। ਬਦਨ ਪਸ਼ਚਮ ਦਿਸ਼ਾ, ਤੇ ਪੱਛਮ ਵੱਲ ਨੂੰ ਲਹਿੰਦੇ ਵੱਲ ਨੂੰ ਮੁਖ ਕੀਤਾ ਹੈ, ਕਿਉਂਕਿ ਇਸਲਾਮ ਧਰਮ ਦਾ ਇਹ ਮੰਨਣਾ ਹੈ, ਮੁਸਲਮਾਨਾਂ ਦਾ ਇਹ ਮੰਨਣਾ ਹੈ ਕਿ ਜੋ ਖੁਦਾ ਹੈ ਪਰਮੇਸ਼ਰ ਹੈ ਉਹ ਲਹਿੰਦੇ ਵਾਲੇ ਪਾਸੇ ਪੱਛਮ ਵਾਲੇ ਪਾਸੇ ਵਸਦਾ ਹੈ। ਹਉਕਾਰ ਧਰ ਜਾਨੂ ਕਾਨ, ਤੇ ਜਾ ਕਰਕੇ ਪੱਛਮ ਦਿਸ਼ਾ ਵੱਲ ਨਵਾਬ ਦੌਲਤ ਖਾਨ ਅਤੇ ਕਾਜੀ ਖੜੇ ਨੇ, ਕਦੇ ਕੰਨਾਂ ਦੇ ਉੱਪਰ ਹੱਥ ਰੱਖਦੇ ਨੇ, ਗੋਡਿਆਂ ਭਾਰ ਹੋਏ ਨੇ। ਨਿਵੇ ਪੁਨ ਪੁਨ ਰਸਾ, ਤੇ ਥੋੜਾ ਥੋੜਾ ਥੱਲੇ ਨੂੰ ਨਿਭਦੇ ਨੇ, ਧਰਤੀ ਤੇ ਮੱਥਾ ਲਾਉਂਦੇ ਨੇ। ਆਪ ਮਸੀਹ ਮਦ, ਆਪ ਮਸੀਤ ਹੈ ਮਦ। ਕਵੀ ਜੀ ਕਹਿੰਦੇ ਕਿ ਉਹਨਾਂ ਨੇ ਜੋ ਨਿਵਾਜ ਦੀ ਆਰੰਭਤਾ ਕੀਤੀ ਹੈ, ਪੱਛਮ ਦਿਸ਼ਾ ਵੱਲ ਦੋਵੇਂ ਜਾਣੇ ਖੜੇ ਨੇ, ਮਹਾਰਾਜ ਵੀ ਕੋਲ ਖੜੇ ਨੇ ਪੱਛਮ ਵੱਲ ਨੂੰ ਮੁਖ ਕਰਕੇ। ਉਹਨਾਂ ਨੇ ਗੋਡੇ ਧਰਤੀ ਉੱਪਰ ਟੇਕੇ ਨੇ, ਕੰਨਾਂ ਨੂੰ ਹੱਥ ਲਾਏ ਨੇ ਤੇ ਪੁਣਾ ਪੁਣਾ ਹੌਲੀ ਹੌਲੀ ਕਰਕੇ ਥੱਲੇ ਨੂੰ ਨਿਭਦੇ ਨੇ। ਕਵੀ ਜੀ ਕਹਿੰਦੇ ਨੇ ਕਿ ਉਹਨਾਂ ਦੇ ਜੋ ਸਰੀਰ ਨੇ ਨਾ, ਉਹ ਤਾਂ ਮਸੀਤ ਅੰਦਰ ਨੇ। ਹਿਰਦੇ ਕਿਤ ਕਿਤ ਗਏ, ਤੇ ਥੋੜਾ ਸਮਾਂ ਜੋ ਜਦੋਂ ਮਸੀਤ ਵਿੱਚ ਨਿਵਾਜ ਗੁਜ਼ਾਰਦਿਆਂ ਨੂੰ ਹੋਇਆ, ਸਰੀਰ ਤਾਂ ਹੁਣ ਮਸੀਤ ਵਿੱਚ ਨੇ, ਪਰ ਜੋ ਉਹਨਾਂ ਦੇ ਮਨ ਨੇ, ਉਹਨਾਂ ਦੇ ਚਿੱਤ ਨੇ, ਉਹ ਮਸੀਤ ਵਿੱਚੋਂ ਉਡਾਰੀਆਂ ਮਾਰ ਗਏ ਨੇ। ਧਰ ਪਰ ਧਰ ਸਿਰ, ਤੇ ਧਰਤੀ ਦੇ ਉੱਪਰ ਮੱਥੇ ਟੇਕਦੇ ਨੇ, ਆਪਣੇ ਸਿਰ ਨੂੰ ਧਰਤੀ ਉੱਪਰ ਰੱਖਦੇ ਨੇ। ਉਠਤ ਬਾਰ ਬਹੁ ਬੇਰਨੇ, ਤੇ ਬਹੁਤ ਵਾਰ ਉੱਪਰ ਨੂੰ ਉੱਠਦੇ ਨੇ, ਬਹੁਤ ਵਾਰ ਥੱਲੇ ਮੱਥਾ ਟੇਕਦੇ ਨੇ। ਇਸ ਪ੍ਰਕਾਰ ਨਿਵਾਜ ਗੁਜ਼ਾਰਦੇ ਨੇ। ਕਰਕੇ ਰੂਪ ਨਿਵਾਜ, ਇਹ ਤਾਂ ਜਦੋਂ ਨਿਵਾਜ ਸੰਪੂਰਨ ਕੀਤੀ ਹੈ, ਆਪਣੀ ਨਿਵਾਜ ਪੜ੍ਹ ਲਈ ਹੈ। ਸੋ ਨਾਨਕ ਸੋ ਕਹੇ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਨਵਾਬ ਕਹਿਣ ਲੱਗਾ ਹੈ। ਹੋ ਠਾਂਡੋ ਕਿਉ ਤੁਮ ਰਹੇ, ਕਹਿਣ ਲੱਗਾ ਹੈ ਗੁਰੂ ਨਾਨਕ, ਤੂੰ ਮੇਰੇ ਨਾਲ ਇਹ ਵਚਨ ਕੀਤੇ ਸਨ ਕਿ ਮੈਂ ਤੇਰੇ ਨਾਲ ਜਾ ਕਰਕੇ ਮਸੀਤ ਦੇ ਵਿੱਚ ਨਿਵਾਜ ਗੁਜ਼ਾਰਾਂਗਾ। ਅਸੀਂ ਨਿਵਾਜ ਗੁਜ਼ਾਰੀ ਹੈ, ਪਰ ਤੂੰ ਕਿਹੜੀ ਗੱਲ ਤੋਂ ਖੜਾ ਰਿਹਾ ਹੈ? ਤੂੰ ਨਿਵਾਜ ਕਿਉਂ ਨਹੀਂ ਗੁਜ਼ਾਰੇ? ਨਾ ਡਰ ਔਰ ਮੈਂ ਅਹੇ, ਤੇ ਤੇਰੇ ਮਨ ਵਿੱਚ ਰਤੀ ਪਰ ਸਾਡਾ ਡਰ ਨਹੀਂ। ਨਾਨਕ ਆਨਨ ਭਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਹਿਣ ਲੱਗੇ ਨੇ ਖਾਨ ਕੰਨ ਹੀ ਸੁਨੋ, ਕਿ ਹੇ ਨਵਾਬ ਦੌਲਤ ਖਾਨ, ਹੁਣ ਮੇਰੀ ਗੱਲ ਕੰਨ ਕਰਕੇ ਸੁਣਨਾ ਕਰ। ਕਹਿ ਸੰਗ ਕਰੋ ਨਿਵਾਜ, ਤੂੰ ਮੇਰੇ ਨਾਲ ਵਚਨ ਕੀਤੇ ਸਨ ਕਿ ਮੇਰੇ ਨਾਲ ਨਿਵਾਜ ਪੜ੍ਹਨੀ ਹੈ, ਕਿ ਮੇਰੇ ਨਾਲ ਅੱਜ ਤੂੰ ਸ਼ੁੱਕਰਵਾਰ ਦਾ ਦਿਨ ਹੈ, ਮਸੀਤ ਵਿੱਚ ਜਾ ਕੇ ਨਿਵਾਜ ਗੁਜ਼ਾਰੇਗਾ। ਲਾਜ ਨਹਿ ਤੁਮ ਮਨੋ, ਪਰ
ਸ਼ਰਮ ਨਹੀਂ ਆਈ, ਤੂੰ ਇੱਥੇ ਕਿੱਥੇ ਸੀ? ਤੂੰ ਤਾਂ ਮੈਨੂੰ ਮਸੀਤ ਵਿੱਚ ਨਜ਼ਰ ਨਹੀਂ ਆਇਆ, ਤੂੰ ਤਾਂ ਕਾਬਲ ਕੰਧਾਰ ਫਿਰਦਾ ਸੀ। ਹਾਂਡੇ ਆਪ ਮਸੀਤ ਆਪਣਾ ਸਰੀਰ ਤੋਂ ਮਸੀਤ ਦੇ ਅੰਦਰ ਰੱਖਿਆ ਸੀ। ਨਾ ਮਨ ਠਹਿਰਾਇਆ, ਪਰ ਮਨ ਤਾਂ ਤੇਰਾ ਮਸੀਤ ਦੇ ਅੰਦਰ ਟਿਕਿਆ ਹੀ ਨਹੀਂ, ਜਿਸ ਦੇ ਨਾਲ ਮਨ ਨੇ ਪਵਿੱਤਰ ਹੋਣਾ ਸੀ, ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ, ਪਰਮੇਸ਼ਰ ਦੀ ਭਾਲ ਹੋਣੀ ਸੀ। ਜਿਹੜਾ ਤੇਰਾ ਮਨ ਹੈ ਉਹ ਤਾਂ ਮਸੀਤ ਦੇ ਅੰਦਰ ਟਿਕਿਆ ਨਹੀਂ। ਕਾਜੀ ਹੈ ਨਵਾਬ, ਤੁਹਾਡੇ ਸਰੀਰ ਹੀ ਇੱਥੇ ਮੌਜੂਦ ਸਨ, ਪਰ ਮਨ ਪੰਛੀਆਂ ਵਾਂਗ ਉਡਾਰੀਆਂ ਮਾਰ ਰਹੇ ਸਨ। ਹੋ ਸਜਦੇ ਸਮੇਂ ਸੰਕਲਪ, ਤੇ ਸਜਦੇ ਸਮੇਂ, ਜਿਸ ਸਮੇਂ ਤੁਸੀਂ ਮਸੀਤ ਦੇ ਅੰਦਰ ਨਿਵਾਜ ਗੁਜ਼ਾਰ ਰਹੇ ਸੀ, ਕੰਧਾਰ ਪਠਾਇਆ, ਤੇ ਤੁਹਾਡਾ ਮਨ ਉਦੋਂ ਹੈ ਨਵਾਬ ਕਾਬਲ ਕੰਧਾਰ ਦੇ ਅੰਦਰ ਸੀ। ਕਰਤ ਖਰੀਦ ਤੁਰੰਗ ਤਰਲ, ਤੇ ਤੂੰ ਕਿਹੜੇ ਸਮੇਂ ਨਿਵਾਜ ਗੁਜ਼ਾਰੀ ਹੈ? ਤੇਰਾ ਸਰੀਰ ਬੈਠਾ ਸੀ, ਆਪ ਤਾਂ ਤੂੰ ਕਾਬਲ ਕੰਧਾਰ ਦੇ ਅੰਦਰ ਘੋੜੇ ਖਰੀਦ ਰਿਹਾ ਸੀ। ਮਨ ਤਰਲਿਆ, ਤੇ ਜਿਹੋ ਜਿਹੇ ਚੰਚਲ ਘੋੜੇ ਤੂੰ ਖਰੀਦਣੇ ਚਾਹੁੰਦਾ ਸੀ, ਉਸੇ ਤਰ੍ਹਾਂ ਤੇਰਾ ਮਨ ਚੰਚਲ ਉਡਾਰੀਆਂ ਮਾਰਦਾ ਸੀ। ਪੂਰੇ ਬੀਚ ਮਸੀਤ, ਪੂਰੇ ਬੀਚ ਮਸੀਤ, ਆਪ ਤੂੰ ਮਸੀਤ ਦੇ ਅੰਦਰ ਬੈਠਾ ਸੀ। ਨਿਵੇ ਤਬ ਸਰਲਿਆ, ਨਿਵੇ ਤਬ ਸਰ ਲਿਆ, ਤੇ ਤੂੰ ਇਹ ਝੂਠੀ ਨਿਵਾਜ ਗੁਜ਼ਾਰੀ ਹੈ, ਇਹ ਸੱਚੀ ਨਿਵਾਜ ਨਹੀਂ, ਤੂੰ ਝੂਠੀ ਨਿਵਾਜ ਗੁਜ਼ਾਰੀ ਹੈ। ਆਪ ਮਸੀਤ ਦੇ ਅੰਦਰ ਸੀ, ਮਨ ਤੇਰਾ ਕਾਬਲ ਕੰਧਾਰ ਸੀ। ਜਿਹ ਕਰਨੀ ਸੋ ਮੂਲ, ਇਹ ਜਿਹੜਾ ਸਾਰਾ ਕੁਝ ਤੂੰ ਕੀਤਾ ਹੈ ਨਾ, ਇਹ ਸਾਰਾ ਕੁਝ ਝੂਠ ਕੀਤਾ ਹੈ। ਤੇਰੇ ਮਨ ਨੇ ਨਿਵਾਜ ਪੜ੍ਹਨੀ ਸੀ, ਤੇਰੇ ਮਨ ਦੀ ਹਾਜ਼ਰੀ ਜ਼ਰੂਰੀ ਸੀ। ਮਨ ਤਾਂ ਤੇਰਾ ਇੱਥੇ ਹੈ ਹੀ ਨਹੀਂ ਸੀ, ਉਹ ਤਾਂ ਘੋੜੇ ਖਰੀਦ ਰਿਹਾ ਸੀ। ਸਰੀਰ ਕਰਕੇ ਤੂੰ ਇੱਥੇ ਬੈਠਾ ਸੀ। ਨਾ ਫੇਰ ਔਰ ਮੈਂ ਕਰਾਂ, ਨਾ ਫਿਰ ਔਰ ਮੈਂ ਕਹਾ, ਤੇ ਤੂੰ ਹਿਰਦੇ ਅੰਦਰ ਆਪਣੇ ਮਨ ਦਾ ਟਿਕਾਓ ਨਹੀਂ ਕੀਤਾ, ਸਰੀਰ ਦਾ ਟਿਕਾਓ ਕੀਤਾ ਹੈ ਮਸੀਤ ਅੰਦਰ, ਪਰ ਮਸੀਤ ਦੇ ਅੰਦਰ ਮਨ ਕਾਬੂ ਨਹੀਂ ਰੱਖਿਆ। ਉਹ ਵੇਸ ਬੰਦਗੀ ਧਰਿਓ, ਇਹ ਜਿਹੜਾ ਤੂੰ ਲਿਬਾਸ ਹੈ, ਇਹ ਬੰਦਗੀ ਵਾਲਾ ਬਣਾਇਆ ਹੈ, ਫਕੀਰਾਂ ਵਾਲਾ, ਭਗਤਾਂ ਵਾਲਾ ਬਣਾਇਆ ਹੈ। ਦੱਸੋ ਦਿਸ ਮਨ ਫਿਰਾ, ਤੇ ਤੇਰਾ ਜਿਹੜਾ ਮਨ ਹੈ ਉਹ ਤਾਂ ਦਸ਼ਾ ਦਿਸ਼ਾਵਾਂ ਅੰਦਰ ਦੌੜਦਾ ਫਿਰਿਆ ਸੀ। ਕਹਿ ਕਾਜੀ ਤੂੰ ਪਾਜਬ ਖਾਨਤ ਡਰ ਨਹੀਂ, ਕਹਿਣ ਲੱਗਾ ਕੋਲ ਖੜਾ ਕਾਜੀ, ਜਦੋਂ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਨਵਾਬ ਦੌਲਤ ਖਾਨ ਨੂੰ ਕਹਿ ਰਹੇ ਨੇ ਨਾ, ਨਵਾਬ ਜੀ ਤੁਸੀਂ ਝੂਠੀ ਨਿਵਾਜ ਗੁਜ਼ਾਰੀ ਹੈ, ਤੇ ਤੁਸੀਂ ਤਾਂ ਇੱਥੇ ਸੀ ਨਹੀਂ, ਤੁਹਾਡਾ ਸਰੀਰ ਸੀ ਇੱਥੇ, ਮਨ ਤਾਂ ਤੁਹਾਡਾ ਕਾਬਲ ਕੰਧਾਰ ਚੰਚਲ ਘੋੜੇ, ਸੋਹਣੇ ਘੋੜੇ ਖਰੀਦ ਰਿਹਾ ਸੀ। ਤੇ ਕੋਲ ਖੜਾ ਗੁੱਸੇ ਵਿੱਚ ਆਇਆ ਕਾਜੀ, ਕਹਿਣ ਲੱਗਾ ਹੈ, ਕਹਿੰਦਾ ਤੂੰ ਕਿਸ ਤਰ੍ਹਾਂ ਦੇ ਬਚਨ ਕਰ ਰਿਹਾ ਹੈ, ਤੈਨੂੰ ਰਤੀ ਪਰ ਡਰ ਨਹੀਂ। ਖਰਿਓ ਮਦੂਰ ਨਿਵਾਬ, ਤੇ ਤੂੰ ਨਵਾਬ ਦੇ ਕੋਲ ਖੜਾ ਹੈ, ਤੈਨੂੰ ਇਸ ਗੱਲ ਦਾ ਪਤਾ ਨਹੀਂ। ਨਾ ਬੋਲੋ ਸਮਝੀ, ਤੇ ਤੂੰ ਸਮਝ ਕੇ ਕਿਉਂ ਨਹੀਂ ਬੋਲਦਾ? ਰਾਜਾ ਤੇਰੇ ਸਾਹਮਣੇ ਹੈ। ਆਨਨ ਭਨਹੀ ਖਾਨ, ਤੇ ਆਨਨ ਭਨਹੀ ਖਾਨ, ਨਵਾਬ ਦੌਲਤ ਖਾਨ ਨਿਮਰਤਾ ਦੇ ਘਰ ਵਿੱਚ ਆ ਕੇ ਨੀਵੀਂ ਪਾ ਕੇ ਸ਼ਰਮਸਾਰ ਹੋ ਕੇ ਬੋਲਿਆ ਹੈ। ਸਾਚ ਨਾਨਕ ਕਹੀ, ਕਹਿਣ ਲੱਗਾ ਹੈ ਕਾਜੀ, ਗੁਰੂ ਨਾਨਕ ਸੱਚ ਕਹਿੰਦਾ ਹੈ। ਨਵਾਬ ਦੌਲਤ ਖਾਨ ਆਪਣੀ ਗਲਤੀ ਮੰਨ ਗਿਆ ਹੈ। ਕਹਿਣ ਲੱਗਾ ਕਾਜੀ ਗੁੱਸੇ ਨਾ ਹੋ, ਇਹ ਗੁਰੂ ਨਾਨਕ ਹੈ ਨਾ, ਇਹ ਸੱਚ ਕਹਿ ਰਿਹਾ ਹੈ। ਮੇਰਾ ਸਰੀਰ ਇੱਥੇ ਸੀ, ਮਨ ਤਾਂ ਮੇਰਾ ਕਾਬਲ ਕੰਧਾਰ ਸੀ। ਹੋ ਮਨ ਮਮ ਗਇਓ ਕੰਧਾਰ, ਮੈਂ ਮਨ ਕਰਕੇ ਤਾਂ ਕੰਧਾਰ, ਸੋਹਣੇ ਘੋੜੇ ਘੋੜਿਆਂ ਦੀ ਮੰਡੀ ਵਿੱਚ ਖਰੀਦ ਰਿਹਾ ਸੀ। ਸਮੇਂ ਸਜਦੇ ਸਹੀ, ਤੇ ਸਜਦੇ ਸਮੇਂ ਮੈਂ ਆਪਣਾ ਮਨ ਕਾਬੂ ਵਿੱਚ ਨਾ ਰੱਖ ਸਕਿਆ। ਤੁਨ ਕਾਜੀ ਬਚਨ ਭਨੈ, ਤੇ ਫੇਰ ਕਾਜੀ ਗੁੱਸੇ ਦੇ ਵਿੱਚ ਆ ਕੇ ਫਿਰ ਬੋਲਿਆ ਹੈ। ਤੁਮਾਰੋ ਮਨ ਗਇਓ, ਕਹਿਣ ਲੱਗਾ ਠੀਕ ਹੈ ਨਵਾਬ ਦੌਲਤ ਖਾਨ, ਤੇਰਾ ਮਨ ਕਾਬਲ ਕੰਧਾਰ ਫਿਰਦਾ ਹੋਵੇਗਾ, ਹਾਂ ਤੋ ਸਭ ਵਿਦ ਕਰੀ, ਪਰ ਮੈਂ ਤਾਂ ਨਵਾਜ ਸੱਚੇ ਦਿਲੋਂ ਗੁਜ਼ਾਰੀ ਹੈ, ਮੈਂ ਤਾਂ ਇੱਥੇ ਮੌਜੂਦ ਸੀ। ਨਾਮ ਸੰਗ ਇਨਕਿਓ, ਤੇ ਇਹਨੇ ਮੇਰੇ ਨਾਲ ਨਿਵਾਜ ਗੁਜ਼ਾਰ ਲੈਣੀ ਸੀ। ਜੇ ਤੇਰਾ ਮਨ ਕਾਬਲ ਕੰਧਾਰ ਸੀ, ਤੇਰੇ ਨਾਲ ਇਹਦੀ ਰਚਕ ਨਹੀਂ ਬੈਠੀ, ਫਿਰ ਮੈਂ ਤਾਂ ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ ਇੱਥੇ ਸੀ। ਇਹਨੇ ਮੇਰੇ ਨਾਲ ਵੀ ਨਿਵਾਜ ਨਹੀਂ ਗੁਜ਼ਾਰੀ। ਮਨ ਅਜਾਨ ਨਿਜ ਪਰਦ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਨਵਾਬ ਇਹ ਤੇਰਾ ਕਾਜੀ ਹੈ ਨਾ, ਇਹਦੀ ਉਮਰ ਬੜੀ ਲੰਬੀ ਹੋ ਚੁੱਕੀ ਹੈ, ਪਰ ਮਨ ਕਰਕੇ ਬੜਾ ਅਣਜਾਣ ਹੈ। ਬਰਾਬਨ ਚਾਹੀ ਇਹ ਵੀ ਆਪਣਾ ਪਰਦਾ ਖਲਾਉਣਾ ਚਾਹੁੰਦਾ ਹੈ, ਇਹ ਵੀ ਸੱਚੀਆਂ ਸੁਣਨਾ ਚਾਹੁੰਦਾ ਹੈ। ਮੁਲਾਕਤ ਨਾ ਮੂਰਖ ਭੇਵ ਇਹ ਬੜਾ ਵੱਡਾ ਮੂਰਖ ਹੈ, ਇਹ ਭੇਦ ਨਹੀਂ ਜਾਣਦਾ। ਥਾਹੇ ਥਾਹੀ ਕਵੀ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀਆਂ ਦਾ ਭੇਦ ਨਹੀਂ ਜਾਣਦੇ ਨਵਾਬ ਅਤੇ ਉਹ ਕਾਜੀ, ਜੋ ਸਤਿਗੁਰੂ ਜੀ ਸਮੁੰਦਰਾਂ ਵਾਂਗ ਡੂੰਘੇ ਨੇ, ਜਿਨ੍ਹਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹਨਾਂ ਦੇ ਨਾਲ ਬਹਿਸ ਕਰ ਰਹੇ ਨੇ। ਬੋਲੇ ਨਾਨਕ ਬੈਨ ਮਹਾਰਾਜ ਕਹਿਣ ਲੱਗੇ ਕਿ ਨਵਾਬ ਇਹ ਆਪਣਾ ਪਰਦਾ ਖਲਾਉਣਾ ਚਾਹੁੰਦਾ ਹੈ, ਫਿਰ ਸੁਣਨਾ ਕਰ। ਐਨ ਸੁਖ ਗੁਣ ਦਇਆ ਸੁੱਖਾਂ ਦੀ ਖਾਣ, ਗੁਣਾਂ ਦੀ ਖਾਣ, ਦਇਆ ਦੇ ਘਰ ਗੁਰੂ ਨਾਨਕ ਦੇਵ ਜੀ ਬੋਲੇ ਨੇ। ਕਾਜੀ ਕਰੀ ਨਿਵਾਜ ਕਹਿਣ ਲੱਗੇ ਕਾਜੀ ਨਿਵਾਜ ਤਾਂ ਤੂੰ ਮਸੀਤ ਦੇ ਵਿੱਚ ਕੀਤੀ ਹੈ, ਸਦਨ ਮੈਂ ਮੰਨ ਗਿਆ ਤੇ ਤੇਰਾ ਮਨ ਤਾਂ ਆਪਦੇ ਘਰੇ ਤੁਰਿਆ ਫਿਰਦਾ ਸੀ, ਮਨ ਤਾਂ ਤੇਰਾ ਤੇਰੇ ਘਰ ਸੀ। ਬੜਦਾ ਜਿਉਂ ਵਿਛੇਰ ਤੇਰੇ ਘਰ ਅੱਜ ਘੋੜੀ ਸੂਈ ਹੈ, ਉਸਨੇ ਵਿਸ਼ੇਰਾ ਦਿੱਤਾ ਹੈ। ਗਤ ਤਹਿ ਪਾਸ ਹੈ ਤੈਨੂੰ ਫਿਕਰ ਸੀ ਕਿ ਮੇਰਾ ਨਵਾਂ ਜੰਮਿਆ ਵਿਸ਼ੇਰਾ ਹੈ, ਜੋ ਵਿਸ਼ੇਰੇ ਦੇ ਮਗਰ ਇੱਕ ਡੂੰਘਾ ਟੋਆ ਹੈ, ਉਹਦੇ ਵਿੱਚ ਨਾ ਡਿੱਗ ਪਵੇ। ਹੋ ਤਹਿ ਮਹਿ ਨਹਿ ਗਿਰ ਪਰੈ ਤੈਨੂੰ ਨਿਵਾਜ ਗੁਜ਼ਾਰਦੇ ਨੂੰ ਇੱਕੋ ਫਿਕਰ ਵੱਡ ਵੱਡ ਖਾ ਰਿਹਾ ਸੀ ਕਿ ਘੋੜੀ ਸੂਈ ਹੈ, ਵਿਸ਼ੇਰਾ ਛੋਟਾ ਹੈ, ਕਿਤੇ ਮਗਰ ਜੋ ਟੋਆ ਹੈ ਉਹਦੇ ਵਿੱਚ ਨਾ ਡਿੱਗ ਪਵੇ। ਬਹੁਤ ਵਿਸ਼ਵਾਸ ਹੈ ਤੇ ਤੇਰਾ ਵਿਸ਼ਵਾਸ ਨਿਵਾਜ ਵਿੱਚ ਘੱਟ ਸੀ, ਘੋੜੀ ਵਿੱਚ ਵੱਧ ਸੀ, ਉੱਥੇ ਤੇਰਾ ਪਿਆਰ ਵਿਸ਼ੇਰੇ ਨਾਲ ਵੱਧ ਜੁੜਿਆ ਸੀ। ਤਿਨ ਕੇ ਸੰਗ ਮਨ ਫਿਰਤ ਤੇ ਤੇਰਾ ਮਨ ਦੇਖ ਕੇ ਸੰਗ ਮਨ ਫਿਰਤ, ਜਿਵੇਂ ਜਿਵੇਂ ਤੇਰਾ ਵਿਸ਼ੇਰਾ ਦੌੜਿਆ ਫਿਰਦਾ ਸੀ ਨਾ ਕਾਜੀ, ਉਵੇਂ ਉਵੇਂ ਹੀ ਤੇਰਾ ਮਨ ਦੌੜ ਰਿਹਾ ਸੀ। ਨਾਥਰ ਇੱਕ ਛਿਨ ਭਇਆ ਇਹ ਕਾਜੀ ਇੱਕ ਪਲ ਦੇ ਬਾਬਤ ਵੀ, ਇੱਕ ਪਲ ਦੀ ਖਾਤਰ ਵੀ ਤੇਰਾ ਮਨ ਨਹੀਂ ਟਿਕਿਆ, ਮਸੀਤ ਅੰਦਰ ਹਾਜ਼ਰੀ ਨਹੀਂ ਲਵਾਈ। ਸੁਣ ਸੁਣਨ ਮੈਂ ਖਾਨ ਤੇ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਐਸੇ ਬਚਨ ਕੀਤੇ ਤੇ ਨਵਾਬ ਦੌਲਤ ਖਾਨ ਉੱਚੀ ਉੱਚੀ ਹੱਸ ਪਿਆ ਏ, ਉਹਦਾ ਹਾਸਾ ਨਿਕਲਿਆ ਹੈ। ਬਿਗਸ ਮੁਖ ਬਚ ਕਹਿਆ ਤੇ ਕਹਿਣ ਲੱਗਾ ਏ ਨਵਾਬ ਦੌਲਤ ਖਾਨ, ਤਜੋ ਕਾਚ ਕਹੋ ਸਾਚ ਕਹਿਣ ਲੱਗਾ ਇਹ ਗੁਰੂ ਨਾਨਕ ਹੈ ਜਿਹਦੇ ਨਾਲ ਆਪਾਂ ਪੰਗਾ ਪਾ ਕੇ ਬੈਠ ਗਏ ਆ, ਇਹ ਪਰਮੇਸ਼ਰ ਆ, ਇਹ ਕਾਜੀ ਸ਼ਰਮ ਨਾ ਕਰ ਕਿ ਤੂੰ ਧਰਮੀ ਬੰਦਾ ਹੈ, ਕਿ ਲੋਕ ਕੀ ਤੈਨੂੰ ਕਹਿਣਗੇ, ਤੇਰੀ ਪਰਜਾ ਤੈਨੂੰ ਕੀ ਕਵੇਗੀ। ਤੂੰ ਹੁਣ ਜਿਹੜਾ ਕੱਚ ਰੂਪੀ ਝੂਠ ਰੂਪੀ ਕੱਚ ਹੈ ਨਾ, ਉਸ ਨੂੰ ਛੱਡ ਦੇ, ਉਸ ਨੂੰ ਤੋੜ ਦੇ, ਸ਼ਰਮ ਨਾ ਕਰ, ਇਹਦੇ ਮੂਹਰੇ ਸੱਚ ਸੱਚ ਬੋਲਦੇ, ਨਹੀਂ ਇਹਨੇ ਬਿਨਾ ਕੁਝ ਤੇਰੇ ਕਹੇ ਸਭ ਕੁਝ ਬੋਲ ਦੇਣਾ ਹੈ। ਲਾਜ ਨਿਰਵਾਰੀਏ ਲਾਜ ਨਿਵਾਰੀਆ ਸ਼ਰਮ ਛੱਡ ਦੇ। ਮੋਜੋ ਬਿੱਤੀ ਚਿਤ ਬੀਚ ਤੂੰ ਜੋ ਤੇਰੇ ਮਨ ਦੇ ਅੰਦਰ ਬੀਤੀ ਹੈ ਨਾ, ਜੋ ਤੇਰੇ ਮਨ ਦੇ ਅੰਦਰ ਚੱਲ ਰਿਹਾ ਸੀ, ਸੋ ਬਚਨ ਉਚਾਰੇ ਉਹ ਬਚਨ ਉਚਾਰਨੇ ਕਰ, ਤੂੰ ਦੱਸਣਾ ਕਰ। ਕਾਜੀ ਨਵਾਬ ਪੁੱਛ ਰਿਹਾ ਹੈ ਕਿ ਕਾਜੀ ਸੱਚ ਸੱਚ ਦੱਸੀ, ਗੁਰੂ ਨਾਨਕ ਠੀਕ ਕਹਿ ਰਿਹਾ ਹੈ, ਤੇਰੇ ਘਰ ਅੱਜ ਘੋੜੀ ਸੂਈ, ਉਸਨੇ ਵਿਸ਼ੇਰਾ ਦਿੱਤਾ ਹੈ, ਜਿੱਥੇ ਤੂੰ ਘੋੜੀ ਬੰਨੀ ਹੈ ਉਹਦੇ ਨਜ਼ਦੀਕ ਕੋਈ ਟੋਆ ਹੈ, ਇਹ ਮੈਨੂੰ ਦੱਸਣਾ ਕਰ। ਕਾਜੀ ਆਨਨ ਭੰਤ ਤੇ ਫਿਰ ਕਾਜੀ ਸ਼ਰਮਸਾਰ ਹੋਇਆ, ਨੀਵੀਂ ਪਾਈ ਹੈ। ਨਵਾਬ ਦੌਲਤ ਖਾਨ ਹੱਸ ਰਿਹਾ ਹੈ, ਕਾਜੀ ਨੂੰ ਪੁੱਛ ਰਿਹਾ ਹੈ ਤੇ ਕਾਜੀ ਦੱਸ ਰਿਹਾ ਹੈ। ਸਤ ਜਿਹ ਬਿਦ ਸਕਹੀ ਕਹਿਣ ਲੱਗਾ ਸੱਤ, ਇਹਨੇ ਸੱਚ ਬੋਲਿਆ ਹੈ, ਬਿਲਕੁਲ ਸੱਚ ਬੋਲਿਆ ਹੈ, ਇਹਨੇ ਜੋ ਵੀ ਹੁਣ ਤੱਕ ਕਿਹਾ ਹੈ ਸੱਚ ਕਿਹਾ ਹੈ। ਹਰ ਭਗਤ ਬਾਜਨ ਹੈ ਕਹਿੰਦਾ ਮੇਰੇ ਘਰ ਇੱਕ ਚੰਗੀ ਨਸਲ ਦੀ ਘੋੜੀ ਸੂਈ ਹੈ, ਕਰਤ ਤਹਿ ਢਿਗ ਸਹੀ ਤੇ ਉਹਦੇ ਮਗਰ ਇੱਕ ਡੂੰਘਾ ਟੋਆ ਹੈ, ਖੁਰਨੀ ਕੋਲ ਇੱਕ ਡੂੰਘਾ ਟੋਆ ਹੈ, ਮੈਨੂੰ ਇਹੀ ਫਿਕਰ ਸੀ ਕਿਤੇ ਬਸ਼ੇਰਾ ਵਿੱਚ ਨਾ ਡਿੱਗੇ। ਅਦਭੁਤ ਰਸ ਨਰ ਭਰੇ ਤੇ ਜਿਹੜੀ ਲੋਕਾਂ ਦੀ ਭੀੜ ਲੱਗੀ ਸੀ ਹੈਰਾਨ ਹੋਏ ਨੇ, ਤੇ ਉੱਚੀ ਉੱਚੀ ਜੋ ਇਕੱਠ ਸੀ ਭੀੜ ਹੱਸੀ ਹੈ। ਕਛਪ ਰਸ ਹਾਸ ਕਹਿੰਦੇ ਹਾਸ ਰਸ ਹੋਇਆ ਹੈ, ਕੁਝ ਲੋਕ ਜੋ ਤਮਾਸ਼ਾ ਵੇਖਣ ਆਏ ਸਨ ਉੱਚੀ ਉੱਚੀ ਹੱਸੇ ਨੇ,
ਜੋ ਧਰਮੀ ਲੋਕ ਨੇ, ਜੋ ਹੈਰਾਨ ਹੋ ਚੁੱਕੇ ਨੇ, ਬੜੇ ਹੈਰਾਨੀ ਦੇ ਸਹਿਤ ਨਵਾਬ ਦੌਲਤ ਖਾਨ ਨੂੰ ਤੇ ਕਾਜੀ ਨੂੰ ਤੱਕ ਰਹੇ ਨੇ। ਹੋ ਤਬ ਨਿਬਾਬ ਗਹਿ ਚਰਨ ਤੇ ਨਵਾਬ ਨੇ ਫਿਰ ਦੇਰ ਨਹੀਂ ਕੀਤੀ, ਸ਼ਰਮਸਾਰ ਹੋਇਆ ਏ, ਆਪਣੀ ਗਲਤੀ ਨੂੰ ਭੁਗਤਾਉਂਦਾ ਹੋਇਆ ਗੁਰੂ ਨਾਨਕ ਦੇਵ ਜੀਆਂ ਦੇ ਚਰਨ ਫੜ ਲਏ ਨੇ। ਰਹਿਓ ਹਵੈ ਦਾਸ ਸੋ ਕਹਿਣ ਲੱਗਾ, ਹੇ ਪਰਮੇਸ਼ਰ, ਹੇ ਗੁਰੂ ਨਾਨਕ, ਮੇਰੀਆਂ ਭੁੱਲਾਂ ਬਖਸ਼, ਮੈਂ ਤੇਰਾ ਮਰੀਦ, ਤੇਰਾ ਦਾਸ, ਤੇਰਾ ਸੇਵਕ ਹਾਂ। ਸਿਰ ਪੀਰਨ ਕੇ ਪੀਰ ਤੂੰ ਪੀਰਾਂ ਦਾ ਪੀਰ ਹੈ, ਗੁਰੂਆਂ ਦਾ ਗੁਰੂ ਹੈ। ਪੀਰ ਹਰ ਮੇਰੀਆ ਤੇ ਮੇਰੀਆਂ ਜੋ ਜਨਮ ਮਰਨ ਦੀਆਂ ਪੀੜਾਂ ਨੇ, ਇਸ ਨੂੰ ਕੱਟਣਾ ਕਰ। ਗੁਣੀ ਗਹੀਰ ਸਰੀਰ ਤੂੰ ਗੁਣੀ ਗਹੀਰ ਹੈ, ਗੁਣਾ ਦੀ ਖਾਣ ਹੈ। ਸਰਨ ਮੈਂ ਤੇਰੀਆ ਮੈਂ ਤੇਰੀ ਸ਼ਰਨ ਤੱਕ ਲਈ ਹੈ, ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਭ੍ਰਮ ਕਰ ਭੂਲੇ ਭਨਿਓ ਤੇ ਜੋ ਵੀ ਹੁਣ ਤੱਕ ਮੈਂ ਗੁੱਸੇ ਦੇ ਬਚਨ ਤੈਨੂੰ ਕਹਿ ਸਨ ਕਿ ਗੁਰੂ ਨਾਨਕ ਨਹੀਂ ਆਉਂਦਾ ਤੇ ਮੈਂ ਸਿਪਾਹੀ ਘੱਲਾਂਗਾ, ਫੜ ਕੇ ਲਿਆਉਣਗੇ, ਧੱਕੇ ਨਾਲ ਲਿਆਉਣਗੇ, ਜਾਂ ਹੁਣ ਵੀ ਜੋ ਮੈਂ ਕੋਟੀਆਂ ਚਾਲਾਂ ਤੇਰੀ ਬਾਬਤ ਚੱਲੀਆਂ ਨੇ, ਉਹ ਮੈਂ ਭਰਮ ਦੇ ਸਹਿਤ ਭੁਲੇਖੇ ਵਿੱਚ ਆ ਕੇ ਚੱਲੀਆਂ ਨੇ, ਮੈਨੂੰ ਬਖਸ਼ਣਾ ਕਰ। ਭੇਵ ਨਹਿ ਜਾਣਿਆ ਮੈਂ ਤੇਰਾ ਭੇਦ ਨਹੀਂ ਜਾਣਦਾ ਸੀ। ਹਉ ਬਖੋ ਔਗਣ ਮੋਰ ਮੇਰੇ ਔਗਣ, ਮੇਰੀਆਂ ਗਲਤੀਆਂ ਬਖਸ਼ਣਾ ਕਰੋ। ਅਜਾਨ ਬਖਾਨਿਆ ਜਾਣ ਬਖਾਨਿਆ, ਅਣਜਾਣ ਸਮਝ ਕਰਕੇ ਹੀ ਬਖਸ਼ ਲੈ। ਦੋਹਰਾ ਪੂਰਬ ਔਗਣ ਬਖਸ਼ ਸਕੈ ਜੋ ਮੈਥੋਂ ਹੁਣ ਤੱਕ ਪਹਿਲਾਂ, ਅੱਜ ਤੋਂ ਪਹਿਲਾਂ ਜੋ ਵੀ ਭੁੱਲਾਂ ਹੋਈਆਂ ਨੇ, ਹੇ ਗੁਰੂ ਨਾਨਕ, ਉਹ ਬਖਸ਼ਣਾ ਕਰ। ਅਬ ਦੇਹੋ ਨਿਜ ਉਪਦੇਸ਼ ਹੁਣ ਮੈਨੂੰ ਤੂੰ ਆਪਣਾ ਇੱਕ ਵਧੀਆ ਉਪਦੇਸ਼ ਦੇਣਾ ਕਰ। ਬੰਦ ਹੱਥ ਬਿਨਤੀ ਕਰਤ ਇਹਦਾ ਦੋਨੋਂ ਹੱਥ ਜੋੜੇ ਨੇ ਨਵਾਬ ਦੌਲਤ ਖਾਨ ਨੇ, ਸਤਿਗੁਰਾਂ ਦੇ ਚਰਨਾਂ ਪਾਸ ਝੁਕਿਆ ਏ, ਅੱਖਾਂ ਵਿੱਚ ਹੰਝੂ ਨੇ, ਬੇਨਤੀਆਂ ਕਰ ਰਿਹਾ ਹੈ। ਦੌਲਤ ਖਾਨ ਨਰੇਸ਼ ਜੋ ਸੁਲਤਾਨਪੁਰ ਲੋਧੀ ਦਾ ਰਾਜਾ ਹੈ। ਤੁਮ ਖਦਾਏ ਕੋ ਰੂਪ ਹੋ ਕਹਿਣ ਲੱਗਾ, ਤੂੰ ਤਾਂ ਖੁਦਾ ਦਾ ਰੂਪ ਹੈ, ਪਰਮੇਸ਼ਰ ਰੂਪ ਹੈ। ਅੰਤਰ ਜਾਮੀ ਸਰਬ ਤੂੰ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਮੈਂ ਅਤਮੂਡ ਨਾ ਲਗ ਸਕਿਓ ਮੈਂ ਤਾਂ ਬਹੁਤ ਵੱਡਾ ਮੂਰਖ ਹਾਂ, ਮੈਂ ਜਾਣ ਨਾ ਸਕਿਆ। ਨਿਜ ਅਸਵਰਜ ਤੇ ਹੈ ਮੈਂ ਆਪਣੇ ਹੰਕਾਰ ਵਿੱਚ ਹੀ ਚੂਰ ਰਿਹਾ, ਆਪਣੇ ਹੰਕਾਰ ਵਿੱਚ ਹੀ ਖੜਾ ਰਿਹਾ, ਪਹਿਲਾਂ ਕਿਉਂ ਨਾ ਝੁਕਿਆ। ਮੋ ਸਮੀਪ ਚਿਰਕਾਲ ਤੇ ਕੇ ਹੁਣ ਮੈਂ ਤੇਰੇ ਨਜ਼ਦੀਕ ਲੰਬਾ ਸਮਾਂ ਤੇਰੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ। ਛੂਛ ਨਾ ਛੁਰੂ ਆਪ ਤੇ ਹੁਣ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚੋਂ ਖਾਲੀ ਨਾ ਮੋੜਿਓ, ਉਪਦੇਸ਼ ਦੇਵੋ। ਵਿਵਸ ਮਨਹਿ ਕੋ ਬਸ ਕਰੋ ਤੇ ਜੋ ਮੇਰੇ ਮਨ ਦੇ ਅੰਦਰ ਭਰਮ ਨੇ, ਭੁਲੇਖੇ ਨੇ, ਹਰਿਏ ਤਿਨਹੁ ਤਾਪ ਉਹਨਾਂ ਨੂੰ ਵੀ ਨਾਸ਼ ਕਰੋ। ਤੇ ਆਦਿ ਵਿਆਧੀ ਉਪਾਧੀ ਵਰਗੇ ਜੋ ਤਿੰਨੇ ਤਾਪ ਨੇ, ਇਹਨਾਂ ਨੂੰ ਵੀ ਹਰ ਲਵੋ ਨਾਸ਼ ਕਰੋ। ਬਸੇ ਅਧੀਨਹਿ ਦੀਨ ਤੇ ਮੈਂ ਮੈਂ ਤੁਹਾਡੀ ਅਧੀਨਗੀ ਦੇ ਹਮੇਸ਼ਾ ਅਧੀਨ ਰਹਿਣਾ ਚਾਹੁੰਦਾ ਹਾਂ, ਗਰੀਬ ਬਣ ਕੇ ਰਹਿਣਾ ਚਾਹੁੰਦਾ ਹਾਂ। ਹਰਖ ਸੋਕ ਅਨੁਸਾਰ ਤੇ ਹਰ ਸੋਗ ਅਨੁਸਾਰ ਆਪਣਾ ਜੀਵਨ ਤੁਹਾਡੀ ਰਜ਼ਾ ਦੇ ਵਿੱਚ, ਭਾਵੇਂ ਮੈਨੂੰ ਖੁਸ਼ੀ ਪ੍ਰਾਪਤ ਹੋਵੇ, ਭਾਵੇਂ ਦੁੱਖ ਪ੍ਰਾਪਤ ਹੋਵੇ, ਪਰ ਆਪ ਦੀਆਂ ਦੀ ਸ਼ਰਨ ਨਾ ਛੱਡਾਂਗਾ। ਹਸ ਸੁਣ ਕੇ ਦੇਹ ਕੇ ਬਚਨ ਇਹ ਤਾਂ ਸੁਣ ਕਰਕੇ ਗੁਰੂ ਨਾਨਕ ਦੇਵ ਜੀਆਂ ਨੇ ਬੇਨਤੀ ਰੂਪੀ ਨਵਾਬ ਦੇ ਬਚਨ ਬੋਲੇ ਗੁਰੂ ਉਦਾਰ ਬੋਲੇ ਗੁਰੂ ਉਦਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਖੀ ਰੂਪ ਹੋ ਕਰਕੇ ਵੱਡੇ ਹਿਰਦੇ ਦੇ ਨਾਲ ਜਦੋਂ ਨਵਾਬ ਦੌਲਤ ਖਾਨ ਦੇ ਏਦਾਂ ਬਚਨ ਸੁਣੇ ਨੇ ਨਾ, ਨਿਮਰਤਾ ਭਰੇ ਸਤਿਗੁਰਾਂ ਦੇ ਚਰਨ ਫੜ ਕੇ ਬੇਨਤੀਆਂ ਕਰ ਰਿਹਾ ਹੈ ਕਿ ਮੇਰੇ ਔਗਣ ਬਖਸ਼ ਲਵੋ। ਤੁਸੀਂ ਤਾਂ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅਸੀਂ ਭੁੱਲੇ ਸਾਂ, ਭਰਮ ਵਿੱਚ ਆ ਕਰਕੇ ਆਪ ਜੀਆਂ ਨੂੰ ਮੰਦੇ ਬਚਨ ਹੰਕਾਰ ਦੇ ਸਹਿਤ ਬੋਲੇ। ਸਾਡੇ ਜੋ ਪਿਛਲੇ ਕਰਮ ਨੇ, ਪਿਛਲੇ ਔਗਣ ਨੇ, ਬਖਸ਼ ਲਵੋ ਮਹਾਰਾਜ। ਆਦਿ ਵਿਆਧੀ ਉਪਾਧੀ ਵਰਗਿਆਂ ਰੋਗਾਂ ਤੋਂ ਬਚਾ ਕਰਕੇ ਆਪਣੀ ਸ਼ਰਨ ਵਿੱਚ ਲੈ ਕਰਕੇ ਸਾਡੇ ਜਨਮ ਮਰਨ ਦੇ ਗੇੜੇ ਕੱਟ ਦੇ। ਜਦੋਂ ਨਵਾਬ ਨੇ ਏਦਾਂ ਨਿਮਰਤਾ ਦੇ ਘਰ ਵਿੱਚ ਆ ਕਰਕੇ ਵਚਨ ਕੀਤੇ ਨੇ, ਫਿਰ ਗੁਰੂ ਨਾਨਕ ਦੇਵ ਜੀ ਕੀ ਵਚਨ ਕਰਨਗੇ, ਕੀ ਉਪਦੇਸ਼ ਦੇਣਗੇ, ਕਿ ਕਾਜੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕੇਗਾ ਜਾਂ ਹੰਕਾਰ ਵਿੱਚ ਆਇਆ ਮਹਾਰਾਜ ਜੀਆਂ ਦੇ ਨਾਲ ਹੋਰ ਬਹਿਸ ਕਰੇਗਾ। ਇਹ ਗੱਲ ਦੀਆਂ ਕਥਾ ਵਿਚਾਰਾਂ ਵਿੱਚ ਵਿਚਾਰਾਂਗੇ।
ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ, ਇੱਥੇ ਹੀ ਕਥਾ ਦੀ ਸਮਾਪਤੀ ਕਰਦੇ ਹਾਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਆਪਣੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਅਸੀਂ ਵੀ ਸਤਿਗੁਰਾਂ ਦੇ ਚਰਨਾਂ ਦੇ ਪਾਸ ਮਨ ਕਰਕੇ, ਸਰੀਰ ਕਰਕੇ ਜੁੜ ਸਕੀਏ। ਇਹ ਨਾ ਹੋਵੇ ਸਾਡੇ ਸਰੀਰ ਕਥਾ ਵਿੱਚ ਬੈਠੇ ਤੇ ਬਾਹਰ ਜਾਈਏ, ਇੱਕ ਕੰਨ ਵਿੱਚ ਦੀ ਪਾ ਕੇ ਤੇ ਦੂਜੇ ਕੰਨ ਵਿੱਚ ਦੀ ਕੱਢ ਦਈਏ। ਬਾਂਸ ਵਾਲੀ ਹਾਲਤ ਹੋਵੇ ਸਾਡੀ ਹਾਲਤ ਉਸ ਨਵਾਬ ਵਾਲੀ ਹੋਵੇ ਕਿ ਹੰਕਾਰੀ ਹੋਈਏ, ਉਸ ਕਾਜੀ ਵਾਲੀ ਹੋਵੇ ਕਿ ਜਿਹੜੇ ਸਾਡੇ ਲਿਬਾਸ ਨੇ ਬੜੇ ਧਰਮੀ ਹੋਣ ਪਰ ਗੁਣ ਇੱਕ ਵੀ ਨਾ ਗ੍ਰਹਿਣ ਕੀਤਾ ਹੋਵੇ, ਤੇ ਮਨ ਜੋ ਬਾਹਰ ਉਡਾਰੀਆਂ ਮਾਰਦਾ ਹੋਵੇ, ਪਰਿਵਾਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਸਰੀਰ ਸਾਡੇ ਸੰਗਤ ਵਿੱਚ ਬੈਠੇ ਹੋਣ। ਐਸੀ ਹਾਲਤ ਨਾ ਹੋਵੇ ਸਾਡੇ ਤੇ ਵੀ ਗੁਰੂ ਰਹਿਮ ਕਰੇ, ਕਿਰਪਾ ਕਰੇ, ਸਾਨੂੰ ਸਤ ਸੰਗਤ ਕਰਨ ਦੀ ਜਾਂਚ ਸਿਖਾ ਦੇਵੇ, ਮਤ ਬਖਸ਼ ਦੇਵੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਇੱਥੇ ਹੀ ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੁਣ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਜੇ ਸਾਹਿਬਾ ਗਿਆਨਾ ਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਤਿਸ ਤੇਰੇ ਸੋ ਆਵਏ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸਤਿ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ। ਆਨੰਦ ਸੁਨਹਾ ਵਡ ਭਾਗੀ ਹੋ ਸਕਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਕਲ ਵਿਸੂਰੇ। ਦੁਖ ਰੋਗ ਆਪ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਭਏ ਸਾਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਕਹਤੇ ਪਵਿੱਤ ਸਤ ਗੁਰ ਰਹਿਆ ਘਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਕਲ ਜਗਤ। ਆਇਆ ਬੁਰਾਈਆ ਵਾਚਾ ਕਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ